ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਚੌਥਾ। ਰਾਮ ਜਨਾ ਮਿਲ ਪਿਆ ਆਨੰਦਾ, ਹਰ ਨੀਕੀ ਕਥਾ ਸੁਣਾਏ। ਦੁਰਮਤ ਮੈਲ ਗਈ ਸਭ ਨੀਕਲ, ਸਤ ਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤਿ ਰਾਮ ਬੁਲਾਏ, ਜੋ ਜੋ ਸੁਣੈ ਕਹੈ ਸੋ ਮੁਕਤਾ। ਰਾਮ ਜਪਤ ਸੁਹਾਏ ਰਹਾਉ, ਜੇ ਵੱਡ ਭਾਗ ਹੋਵੈ ਮੁਖ ਮਸਤਕ। ਹਰ ਰਾਮ ਜਨਾ ਭੇਟਾਏ, ਦਰਸ਼ਨ ਸੰਤ ਦੇਹੋ ਕਰ ਕਿਰਪਾ। ਸਭ ਦਾਲਦ ਦੁਖ ਲੈ ਜਾਏ, ਹਰ ਕੇ ਲੋਗ ਰਾਮ ਜਨ ਨੀਕੇ। ਭਾਗਹੀਨ ਨਾ ਸੁਖਾਏ, ਜਿਉਂ ਜਿਉਂ ਰਾਮ ਕਹੈ ਜਨ ਊਚੇ। ਨਰ ਨਿੰਦਕ ਡੰਸ ਲਗਾਏ, ਤ੍ਰਿਗ ਤ੍ਰਿਗ ਨਰ ਨਿੰਦਕ। ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ। ਜਿਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰਾਖੋ ਹਰ ਜੀਓ, ਹਮ ਦੀਨ ਤੇਰੀ ਸ਼ਰਨਾਏ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਗੁਰੂ ਗਰੀਬ ਨਿਵਾਸ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਦੇ ਪਾਵਨ ਬਚਨਾਂ ਦੇ ਨਾਲ ਜੁੜ ਮਿਲ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਏ। ਤੇ ਜਿਹੜੀਆਂ ਵਿਚਾਰਾਂ ਨੇ ਸਾਡੇ ਮਨ ਦੀ ਘਾੜਤ ਕੱਢਣੀ ਹੈ, ਕਿਉਂਕਿ ਚੀਜ਼ਾਂ ਨੂੰ ਕੱਢਣ ਦੇ ਲਈ ਆਪਾਂ ਦੇਖਦੇ ਹਾਂ ਵੀ ਸਮਾਜ ਦੇ ਵਿੱਚ ਕਾਰਖਾਨੇ, ਦੁਕਾਨਾਂ, ਟਕਸਾਲਾਂ ਬਣੀਆਂ ਹੋਈਆਂ ਨੇ। ਅਤੇ ਜਦੋਂ ਮਨ ਘੜਨ ਦੀ ਗੱਲ ਆਉਂਦੀ ਹੈ ਤਾਂ ਗੁਰਦੇਵ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਘੜੀ ਹੈ ਸ਼ਬਦ ਸੱਚੀ ਟਕਸਾਲ। ਕਿਉਂਕਿ ਜਦੋਂ ਕਿਸੇ ਚੀਜ਼ ਤੋਂ ਕੰਮ ਲਿਆ ਜਾਵੇ ਜਾਂ ਉਹਦਾ ਆਕਾਰ ਬਦਲਣਾ ਹੋਵੇ ਤਾਂ ਉਹਨੂੰ ਘੜਿਆ ਜਾਂਦਾ ਹੈ। ਕੋਈ ਵੀ ਲੱਕੜ, ਕੋਈ ਪੱਥਰ,
कोई लोहा, कोई भी आकार देना है ਤੁਹਾਨੂੰ ਆਪਾਂ ਚੁੱਕ ਕੇ ਕਾਰਖਾਨੇ ਲੈ ਜਾਂਦੇ ਹਾਂ, ਕਿਸੇ ਫੈਕਟਰੀ ਲੈ ਜਾਂਦੇ ਹਾਂ। ਲੱਕੜ ਦਾ ਕੋਈ ਆਕਾਰ ਬਦਲਣਾ ਤਾਂ ਆਪਾਂ ਲੱਕੜ ਦੇ ਮਿਸਤਰੀ ਕੋਲ ਲੈ ਕੇ ਜਾਂਦੇ ਹਾਂ। ਅਤੇ ਜਦੋਂ ਮਨ ਦਾ ਸੁਭਾਅ, ਮਨ ਦਾ ਆਕਾਰ ਵੀ ਬਦਲਣਾ ਹੋਵੇ ਨਾ, ਤਾਂ ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕੋਈ ਵੀ ਵਧੀਆ ਟਕਸਾਲ ਨਹੀਂ ਹੈ, ਕੋਈ ਵਧੀਆ। ਅਤੇ ਇੱਥੇ ਮਨ ਦੀ ਘਾਟ ਤਾਂ ਘੜੀ ਜਾਂਦੀ ਹੈ ਸਾਡੀ, ਮਨ ਬਦਲਦਾ, ਇੱਥੇ ਮਨ ਘੜਿਆ ਜਾਂਦਾ, ਮਨ ਘੜਨਾ ਪੈਣਾ। ਅਤੇ ਜਿੰਨਾ ਟਾਈਮ ਮਨ ਨਹੀਂ ਨਾ ਘੜ ਸਕਦਾ ਤੂੰ, ਉਹਨਾਂ ਟਾਈਮ ਤੇਰੇ ਹੱਥ ਕੁਝ ਵੀ ਨਹੀਂ ਲੱਗ ਸਕਦਾ, ਕਿਉਂਕਿ ਗੁਰੂ ਸਾਨੂੰ ਘੜ ਕੇ ਕਮਾਲ ਬਣਾ ਦਿੰਦਾ ਹੈ। ਹੁਣ ਤੁਸੀਂ ਵੇਖਿਆ ਵੀ ਜਦੋਂ ਹੀਰਾ ਲੱਭਣਾ ਹੋਵੇ, ਗੋਤਾਖੋਰ ਗੋਤਾ ਲਾ ਕੇ ਸਮੁੰਦਰਾਂ ਦੇ ਵਿੱਚੋਂ ਲੱਭਦੇ ਨੇ, ਤਾਂ ਹੁੰਦਾ ਤਾਂ ਇੱਕ ਪੱਥਰ ਹੀ ਹੈ ਨਾ, ਪਰ ਉਹਨੂੰ ਆਕਾਰ ਘੜ ਕੇ ਦਿੱਤਾ ਜਾਂਦਾ, ਘੜਿਆ ਜਾਂਦਾ ਉਹ। ਪਹਿਲਾਂ ਜਿਵੇਂ ਦਾ ਆਪਾਂ ਵੇਖਦੇ ਹਾਂ ਉਹਨੂੰ ਗੋਲ ਤਰੀਕੇ ਦਾ ਹੁੰਦਾ, ਇੱਕ ਪਾਸੋਂ ਤਿਕੋਣਾ ਹੁੰਦਾ, ਵੀ ਖੌਰੇ ਇਹੋ ਜਿਹਾ ਹੋਵੇਗਾ, ਨਹੀਂ ਉਹ ਘੜਿਆ ਜਾਂਦਾ ਲਿਆ ਕੇ, ਪਹਿਲਾਂ ਪੱਥਰ ਹੀ ਹੁੰਦਾ ਉਹ, ਕਮਾਲ ਦਾ ਬਣ ਜਾਂਦਾ, ਉਹ ਚਮਕਣ ਲੱਗ ਪੈਂਦਾ, ਧੋਤਾ ਜਾਂਦਾ, ਸਾਫ਼ ਕੀਤਾ ਜਾਂਦਾ। ਅਤੇ ਇਸੇ ਨੂੰ ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ। ਗੁਰੂ ਵੀ ਜਿਹਦਾ ਮਨ ਘੜ ਦੇਵੇ ਨਾ, ਜਾਂ ਜੇ ਕੋਈ ਇੱਥੇ ਆ ਜਾਵੇ ਆਪਣੇ ਆਪ ਨੂੰ, ਵੱਡੀ ਗੱਲ ਤਾਂ ਇਹ ਹੈ ਨਾ ਵੀ ਆਪਣੇ ਆਪ ਨੂੰ ਅਰਪਣ ਕਰਨਾ ਪੈਣਾ, ਘੜਿਆ ਫੇਰ ਜਾਣਾ, ਤੋਂ ਅਰਪਣ ਕਰਨਾ ਪੈਣਾ। ਅਤੇ ਗੁਰਦੇਵ ਜੀ ਕਹਿੰਦੇ ਵੀ ਨਚੀਜਿਆਂ ਨੂੰ ਵੀ ਚੀਜ਼ ਬਣਾ ਦਿੰਦਾ ਹੈ ਗੁਰੂ। ਚੀਜ਼ ਆਪਾਂ ਕਈ ਵਾਰ ਚੀਜ਼ ਵੇਖ ਕੇ ਕਹਿੰਦੇ ਨੇ ਵੀ ਹਾਂ ਯਾਰ ਚੀਜ਼ 'ਚ ਕੋਈ ਗੱਲਬਾਤ ਹੈ, ਕਮਾਲ ਦੀ ਚੀਜ਼ ਹੈ ਕੋਈ, ਇਹ ਹੈ ਕੋਈ ਗੱਲਬਾਤ ਇਹਦੇ 'ਚ। ਅਤੇ ਗੁਰੂ ਵੀ ਐਂ ਬਣਾ ਦਿੰਦਾ ਸਾਨੂੰ। ਅਤੇ ਬਣਦਾ ਕਿਵੇਂ? ਵਿਚਾਰ ਬਦਲ ਕੇ, ਵਿਚਾਰਾਂ ਦੇ ਨਾਲ ਹੀ ਬੰਦਾ ਡਿੱਗਦਾ ਹੈ ਅਤੇ ਵਿਚਾਰਾਂ ਦੇ ਨਾਲ ਹੀ ਬੰਦਾ ਉੱਚਾ ਉੱਠਦਾ। ਸਰੀਰ ਤਾਂ ਉਹੋ ਜਿਹਾ ਹੀ ਰਹਿੰਦਾ ਹੈ ਅਖੀਰ ਤੱਕ, ਜਿਉ ਜਿਹਾ ਇੱਕ ਵਾਰ ਰੱਬ ਜੀ ਨੇ ਬਣਾ ਦਿੱਤਾ ਸਰੀਰ ਇਹੋ ਹੀ ਰਹੇਗਾ, ਇਹਦੇ 'ਚ ਕੋਈ ਵਧਾ ਚੜ੍ਹਾ ਨਹੀਂ ਆਉਂਦਾ, ਇਹ ਇਵੇਂ ਦਾ ਹੀ ਰਹੇਗਾ, ਬਸ ਤੇਰੇ ਚਾਲ ਚੱਲਣ ਠੀਕ ਹੋ ਜਾਣਗੇ। ਸੋ ਗੁਰਦੇਵ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਰਾਮਕਲੀ ਰਾਗ ਦੇ ਵਿੱਚੋਂ ਆਪਾਂ ਪਾਵਨ ਸ਼ਬਦ ਪੜ੍ਹਿਆ ਹੈ। ਆਓ ਇਸ ਪਾਵਨ ਸ਼ਬਦ ਦੇ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ, ਗੁਰੂ ਨੂੰ ਮਨ ਅਰਪਣ ਕਰੀਏ। ਮਨ ਦੇ ਵਿੱਚ ਹਰੇਕ ਗੁਰੂ ਦੀ ਗੱਲ ਵਸਾਉਣ ਦਾ ਅਸੀਂ ਯਤਨ ਕਰਨਾ ਹੈ। ਸੋ ਮਨ ਬਿਰਤੀਆਂ ਇਕਾਗਰ ਚਿੱਤ ਕਰਦਿਆਂ ਹੋਇਆਂ ਲਵਾਓ ਹਾਜ਼ਰੀ, ਕੇ ਵਾਰ ਕਹਿਣ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਰਹਾਉ ਵਾਲੇ ਬੰਦ ਦੇ ਵਿੱਚ ਉਚਾਰਨ ਕਰਦੇ ਨੇ, ਕਹਿੰਦੇ ਰਾਮ ਜਨ ਗੁਰਮਤਿ ਰਾਮ ਬੁਲਾਏ। ਰਾਮ ਜਨ, ਜਨ ਦਾ ਮਤਲਬ ਹੁੰਦਾ ਸੇਵਕ, ਰਾਮ ਮਤਲਬ ਪ੍ਰਮਾਤਮਾ ਜੀ ਰਮੇ ਹੋਏ, ਰੱਬ ਜੀ ਰਾਮ ਰਮਿਆ ਹੋਇਆ, ਕਿਉਂਕਿ ਰਾਮ ਵੀ ਰੱਬ ਦਾ ਗੁਣ ਆ। ਜਿੰਨੇ ਵੀ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਨਾ, ਉਹ ਸਾਰੇ ਗੁਣਾਂ ਦੇ ਹਿਸਾਬ ਦੇ ਨਾਲ, ਪ੍ਰਤਪਾਲਕ, ਨਾਇਕ, ਗੁਣ ਨਿਧਾਨ, ਗੋਪਾਲ, ਇਹ ਸਾਰੇ ਗੁਣ ਨੇ ਉਹਦੇ। ਅਤੇ ਰਾਮ ਵੀ ਉਹਦਾ ਗੁਣ ਆ ਵੀ ਰਮਿਆ ਹੋਇਆ ਇਸ ਸੰਸਾਰ ਦੇ ਵਿੱਚੋਂ। ਅਤੇ ਉਸ ਰਮੇ ਹੋਏ ਪਰਮਾਤਮਾ ਜੀ ਦੇ ਜਿਹੜੇ ਸੇਵਕ ਨੇ ਨਾ, ਉਹਨਾਂ ਅੱਗੇ ਬੇਨਤੀ ਕੀਤੀ ਗੁਰਮਤਿ ਰਾਮ ਬੁਲਾਈ। ਹੇ ਪ੍ਰਭੂ ਦੇ ਭਗਤ ਜਨੋ, ਰਾਮ ਜਨ ਗੁਰਮਤਿ ਰਾਮ ਬੁਲਾਏ, ਕਿ ਮੈਨੂੰ ਗੁਰੂ ਦੀ ਸਿੱਖਿਆ ਦੇ ਕੇ, ਗੁਰਮਤਿ ਦੇ ਕੇ ਰਾਮ ਬੁਲਾਏ। ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ। ਹੇ ਭਗਤ ਜਨੋ, ਮੈਨੂੰ ਗੁਰੂ ਦਾ ਉਪਦੇਸ਼ ਦੇ ਕੇ ਰੱਬ ਦਾ ਨਾਮ ਯਾਦ ਕਰਨਾ, ਸਿਮਰਨ ਕਰਨਾ ਸਿਖਾਓ ਮੈਨੂੰ। ਰਾਮ ਜਨ ਗੁਰਮਤਿ
राम बुलाए। हुण अर्थ बड़े सौखे ने, पर सानू फॉर्मूले ला के समझना पैना। हुण इत्थे गुरुदेव सच्चे पातशाह जी ने बचन कहे भी हे राम दे जनो, राम दे भगतो, मैनू सिक्ख्या देवो तां जो मैं राम दे नाल जुड़ सकां। राम दे भगतां दे अगे अरदास है, बेनती है। हुण सानू ये समझना पैना भी राम जी दे भगत कौन ने। हालांकि पहला भी आपां बहुत बार विचार चुके हैं। सानू बहुती बार ये भुलेखा पै सकता है भी रब दा भगत वड्डा फलाना बाबा, फलाना संत, फलाना महापुरख, फलाना ब्रह्म ज्ञानी है, बहुत नेड़े है। क्योंकि कई तो इत्थे जिउंदे सचखंड वासी लवाई फिरदे ने ना भी इन्हां दी खौरे धुर दरगाह चलदी होनी है। ब्रह्म ज्ञानी, सतपुरुष, महापुरख वो लवाई बैठे ने, क्रेडिट लई बैठे ने अपने आप दे, रब दे नाल एक मिक होण दा। पर जदों पावन गुरबाणी दे बोल मन्नांगे ना असीं तां सतगुरु जी गल आखदे ने, हर के जन, हर के जन। इत्थे हुण राम लफ्ज़ आ ते सोधर दे विच गुरुदेव जी ने हरी रब लफ्ज़ वरतिया है रब दे लई। इत्थे राम जाना गया, उत्थे हर के जाना गया। कहंदे हर के जन कौन ने? हर के जन सतगुर सतपुरखा। सतगुरु ही राम दा जाणिया, सतगुरु नूं ही सतपुरख कहा जांदा है। गुरु नूं ही सतगुरु कहा जांदा है। गुरु ही हरि दा जाणिया, गुरु ही राम दा जाणिया, गुरु ही सतपुरख आ। इत्थे कोई बंदा भी, कोई भी ब्रह्म ज्ञानी, सतपुरख, महापुरुष गुरु दा मुकाबला नहीं कर सकता। फैसला लै लेना गुरबाणी विचों भी रब दा जान सब तो वड्डा गुरु है। हुण पावन बोल समझो बाबा रामदास साहब दे, कहते राम जन गुरमत राम। हुण ये देखो भी वो भी जदों पावन बाणी पढ़ांगे असीं किहदे अगे अरदास होवेगी? राम दे जन कौन ने? फिर गुरु। ते गुरु साडी बाणी है, ते बाणी है किन्ना दी? 35 महापुरखां दी बाणी है। हुण साडे लई गुरु कौन होया? 35 महापुरख ही साडे लई गुरु ने ना, जिहड़े साडे कोल बाणी रूप बैठे ने। इहदे अगे अरदास कर भी मैनूं रब मिल पवे, भी मैं रब दे नाल जुड़ां किवें, मैनूं इहो जिहा उपदेश दे। फैसला साडा है, क्लीयर हो चुका है ना भी राम दा जाने आए जिहड़ी बाणी नूं असीं मत्था टेकदे ते इहदे नाल जुड़ के रब मिलिया जा सकदा। हुण इह तां बाबा गुरु रामदास साहब जी दे बोल ने ना, ये तो हुण असीं मन्नण च कोई दिक्कत नहीं ना हो सकदी भी रब नूं कित्थे जाके मिलिया जा सकदा है। ते ना सानूं कोई शंका भी हो सकदा है चित्त च। हालांकि कुछ मर्जी करिए असीं, इहदे च कोई डाउट नहीं है, कोई दो राय नहीं है। हरेक सिख अखवाउण वाला गुरु ग्रंथ साहब का सत्कार ना करे, इहदे च कोई डाउट नहीं है, कोई भुलेखा नहीं है। असीं हरेक सत्कार करते हैं बाणी का। एकदम आपां वेखदे ना जदों भी सतगुरां दे सरूप जाते होण, किसी दे घर जाते होण, गुरुद्वारे नूं आउंदे होण, जिवें भी कितना मर्जी जरूरी काम है, बंदा जा रहा है, कोई साधन ते जा रहा है, भावें तेजी है, पर 1 मिनट के लिए बंदा रुकदा जरूर है। कोई गड्डी तो बाहर भी निकले आउंदे ने, ट्रैक्टर तो भी उतरे आउंदे ने, मोटरसाइकिल तो उतरे आउंदे ने, चपला ला के सिर ढक के सत्कार करते हैं। अदब बहुत है बाणी का, सत्कार करते हैं असीं। ते इहदा सत्कार है ना जिहड़ा, जे मन दे नाल करना तो इहदी बाणी नूं भी समझना पैना। सत्कार बहुत करते हैं, किसी ते कोई मान लो भी डाउट नहीं, असीं करते हैं। पर जिहड़ा डाउट नहीं हो रहा, असीं सत्कार करते हैं ना, तो फिर मन च भी ये गल नूं धार लै भी ये तो बिना है भी कोई दूजा नहीं है।
ਸਤਿਕਾਰ ਦੁਨੀਆ ਦੇ ਲੋਕ ਤਾਂ ਕਰਦੇ ਨੇ ਨਾ ਵੀ ਬਹੁਤ ਸੱਚਾ ਹੈ। ਕੋਈ ਵੀ ਇਹੋ ਜਿਹੀ ਗੱਲ ਗੁਰਬਾਣੀ 'ਚੋਂ ਕੋਈ ਦੱਸ ਨਹੀਂ ਸਕਦਾ, ਨਾ ਦੱਸੇਗਾ ਵੀ ਆਹ ਗੱਲ ਗਲਤ ਆ ਸਮੇਂ ਦੇ ਹਿਸਾਬ ਦੇ ਨਾਲ। ਇਹਦੇ 'ਚ ਡਾਊਟ ਆ, ਕੋਈ ਵੀ ਨਹੀਂ। ਅੱਜ ਤੱਕ ਕੋਈ ਚੇਂਜ ਨਹੀਂ ਹੈ। ਸਮਾਂ ਪਾ ਕੇ ਸ਼ਬਦ ਬਦਲੇ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਬਦਲੇ ਨਹੀਂ ਗਏ, ਨਹੀਂ ਬਦਲੇ ਗਏ। ਤਾਂ ਹੀ ਤਾਂ ਕਹਿਣਾ ਵੀ ਸਦੀਵੀ ਸੱਚ ਹੈ ਇਹਦੇ 'ਚ। ਅਤੇ ਇਹ ਤਾਂ ਸਾਡੇ 'ਚ ਭੁਲੇਖਾ ਵੀ ਨਹੀਂ ਪੈਦਾ ਹੋ ਸਕਦਾ, ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਵੀ ਗੁਰਬਾਣੀ ਦੀ ਕੋਈ ਗੱਲ ਗਲਤ ਹੋਵੇਗੀ। ਇਹਦਾ ਮਤਲਬ ਗੁਰੂ ਸਾਡਾ ਬਿਲਕੁਲ ਸੱਚਾ ਹੈ। ਫਿਰ ਉਹਨੇ ਇਹ ਤਾਂ ਸਾਡੇ 'ਤੇ ਡਿਪੈਂਡ ਹੈ ਨਾ, ਸਾਡੇ 'ਤੇ ਨਿਰਭਰ ਕਰਦਾ ਵੀ ਸੱਚੇ ਨਾਲ ਕਿਉਂ ਨਹੀਂ ਜੁੜ ਲੈਂਦਾ। ਜਿਹੜੇ ਵੀਰ ਭੈਣਾਂ ਪੜ੍ਹਦੇ ਨੇ ਨਾ, ਉਹ ਥੋੜ੍ਹਾ ਜਿਹਾ ਹੋਰ ਇੱਧਰਲੇ ਪੱਖ ਨੂੰ ਕਦੇ ਵਿਚਾਰ ਕੇ ਵੇਖਿਓ। ਇੱਥੇ ਦੁਨੀਆ ਦੇ ਕਹਾਉਣ ਵਾਲੇ ਵੱਡੇ ਵੱਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਸਮਾਂ ਪਾ ਕੇ ਬਦਲਾਵ ਆਇਆ। ਅਗਲਿਆਂ ਨੂੰ ਗੱਲਾਂ ਕੱਟਣੀਆਂ ਪਈਆਂ, ਅਗਲਿਆਂ ਨੂੰ ਗੱਲਾਂ ਕੱਟਣੀਆਂ ਪਈਆਂ, ਬਦਲਾਵ ਕਰਨੇ ਪਏ ਵੱਡੇ ਵੱਡੇ ਧਰਮ ਗ੍ਰੰਥਾਂ ਦੇ ਵਿੱਚ, ਵੱਡੇ ਵੱਡੇ ਧਾਰਮਿਕ ਗ੍ਰੰਥਾਂ ਦੇ ਵਿੱਚ। ਇਹਦਾ ਨਾਂ ਨਹੀਂ ਲੈ ਸਕਦੇ, ਪਰ ਜੇ ਕਿਸੇ ਨੇ ਪਰਸਨਲ ਤੌਰ 'ਤੇ ਪੁੱਛਣਾ ਹੋਵੇ ਤਾਂ ਜ਼ਰੂਰ ਪੁੱਛ ਸਕਦੇ ਹੋ। ਜਿਨ੍ਹਾਂ ਦੇ ਅੱਜ ਅਸੀਂ ਦੇਖਦੇ ਨਾ ਵੱਡੇ ਵੱਡੇ ਇਕੱਠ ਹੁੰਦੇ ਤੁਰੇ ਫਿਰਦੇ ਨੇ, ਸਮਾਂ ਪਾ ਕੇ ਧਾਰਮਿਕ ਗ੍ਰੰਥਾਂ ਦੇ ਵਿਚਾਰ ਬਦਲ ਜਾਂਦੇ ਨੇ ਇਹਨਾਂ ਦੇ। ਹਾਲਾਂਕਿ ਹਰੇਕ ਧਰਮ ਗ੍ਰੰਥ ਸਤਿਕਾਰਯੋਗ ਆ, ਕੋਈ ਮਾੜਾ ਨਹੀਂ ਹੈ, ਪਰ ਉਹਨਾਂ ਦੇ ਦਿਲ ਵਿੱਚ ਡਰਿਆ ਨੇ ਯਕੀਨ ਨਹੀਂ, ਤਾਂ ਹੀ ਤਾਂ ਬਦਲ ਲੈਂਦੇ ਨੇ। ਵੱਡੇ ਵੱਡੇ ਧਾਰਮਿਕ ਗ੍ਰੰਥ ਜਿਨ੍ਹਾਂ ਤੋਂ ਅਸੀਂ ਅੱਜ ਜਾ ਕੇ ਕਹਿੰਦੇ ਵੀ ਸ਼ਾਂਤੀ ਮਿਲਦੀ ਹੈ, ਹੋ ਸਕਦਾ 50 ਸਾਲਾਂ ਨੂੰ ਬਦਲ ਜਾਣੋ ਫਿਰ। ਪਰ ਜਿੱਦਣ ਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਤਿਆਰ ਕੀਤਾ ਸੀ ਉਵੇਂ ਦਾ ਹੀ ਆ ਸੱਚ। ਅੱਜ ਵੀ ਉਹੀ ਖੜਾ ਹੈ ਅਤੇ ਆਉਂਦੇ ਸਮੇਂ 'ਚ ਵੀ ਉਹੀ ਹੋਵੇਗਾ, ਬਦਲਾਅ ਨਹੀਂ। ਆਦਿ ਸੱਚ ਜੁਗਾਦ ਸੱਚ ਆ। ਜਿੰਨੇ ਬਾਣੀ ਦੀਆਂ ਗੱਲਾਂ ਲਿਖੀਆਂ ਨੇ ਨਾ, ਸਾਰੀਆਂ ਗੁਣ ਹੈਗੇ ਨੇ ਇਹਦੇ 'ਚ। ਇਹ ਹੈ ਗੁਰੂ ਸਾਡਾ, ਜਿਹਦੇ 'ਚ ਕੋਈ ਚੇਂਜ ਨਹੀਂ ਹੈ। ਅਤੇ ਹਾਲਾਂਕਿ ਬਾਣੀ ਤਾਂ ਕਮਾਲ ਹੀ ਹੈ ਵੀ ਇੱਥੋਂ ਤੱਕ ਸਤਿਗੁਰੂ ਨੇ ਲਿਖਿਆ ਪਿਆ ਹੈ, ਸਾਹਿਬ ਮੇਰਾ ਨੀਤ ਨਵਾਂ, ਹਰ ਰੋਜ਼ ਨਵਾਂ ਹੈ ਇਹ ਵਿਚਾਰ। ਜਿੰਨੀ ਮਰਜ਼ੀ ਖੋਲ੍ਹੋ, ਆਪਾਂ ਹਰ ਰੋਜ਼ ਹੀ ਕਰਦੇ ਹਾਂ ਨਾ, ਇੱਕ ਸ਼ਬਦ ਦੀ ਵਿਚਾਰ ਭਾਵੇਂ ਲਗਾਤਾਰ 5 ਦਿਨ ਵੀ ਕਰ ਲਈਏ ਨਾ, ਉਹਦੇ ਵਿਚਾਰ ਇਹ ਬਦਲਦੇ ਹੀ ਰਹਿਣਗੇ ਹਰ ਰੋਜ਼। ਇਹਨੂੰ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾਂ। ਪ੍ਰਮਾਤਮਾ ਹਮੇਸ਼ਾ ਹੀ ਨਵਾਂ ਹੈ, ਗੁਰੂ ਦਾ ਉਪਦੇਸ਼ ਹਮੇਸ਼ਾ ਹੀ ਨਵਾਂ ਹੈ, ਹਰ ਰੋਜ਼ ਹੀ ਨਵਾਂ ਹੈ। ਕਦੇ ਵੀ ਨਹੀਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆਹ ਸ਼ਬਦ ਦੇ ਵਿਚਾਰ ਹੋ ਗਏ ਤਾਂ ਅੰਤ ਹੋ ਗਿਆ। ਨਹੀਂ, ਬਦਲਵੇਂ ਹੋ ਸਕਦੇ ਨੇ, ਬੜਾ ਕੁਛ ਹੋ ਸਕਦਾ। ਇਹ ਹੈ ਮਹਾਨਤਾ ਗੁਰਬਾਣੀ ਦੀ, ਇਹ ਹੈ ਸਾਡੇ ਗੁਰੂ ਦੀ ਮਹਾਨਤਾ। ਅਤੇ ਇਸ ਗੁਰੂ ਵਰਗਾ ਦੁਨੀਆ 'ਤੇ ਗੁਰੂ ਪੈਦਾ ਨਹੀਂ ਜੇ ਹੋਇਆ ਕੋਈ, ਇਸ ਵਿਚਾਰ ਵਰਗੀ ਵਿਚਾਰ ਨਹੀਂ ਪੈਦਾ ਹੋਈ। ਬੜਾ ਕੁਛ ਬਣ ਗਿਆ। ਆਪਾਂ ਪਹਿਲਾਂ ਸਮਝਿਆ ਵੀ ਅਗਲਿਆਂ ਨੂੰ ਧਾਰਮਿਕ ਗ੍ਰੰਥ ਚੇਂਜ ਕਰਨੇ ਪਏ, ਗੱਲਾਂ ਵਿੱਚੋਂ ਕੱਟ ਕੇ ਦੁਬਾਰੇ ਲਿਖਣੀਆਂ ਪਈਆਂ ਧਾਰਮਿਕ ਗ੍ਰੰਥਾਂ ਵਿੱਚ। ਇੱਕ ਹੋਰ ਮਹਾਨਤਾ ਹੈ ਦੁਨੀਆ ਦਾ ਇੱਕੋ ਇੱਕ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਹੈ, ਜਿਹੜੇ ਸਾਡੇ ਗੁਰੂਆਂ ਨੇ ਖੁਦ ਹੱਥੀਂ ਲਿਖਿਆ ਹੈ। ਸਾਡੇ ਖੁਦ ਆਗੂਆਂ ਦੇ ਲਿਖੇ ਹੋਏ ਬੋਲ ਸਾਡੇ ਤੱਕ ਪਹੁੰਚੇ ਨੇ। ਨਹੀਂ ਤਾਂ ਇੱਥੇ ਉਹ ਗ੍ਰੰਥ ਨੇ ਸਾਰੇ, ਜਿੰਨਾ ਹੈ ਸਾਰੇ ਸਤਿਕਾਰਯੋਗ ਨੇ, ਪਰ ਬਾਅਦ ਵਿੱਚ ਆਉਣ ਵਾਲੇ ਚੇਲਿਆਂ ਵੱਲੋਂ ਲਿਖੇ ਗਏ ਵੀ ਸਾਡਾ ਗੁਰੂ ਆ ਵੀ ਉਪਦੇਸ਼ ਕਰਦਾ ਸੀ, ਆ ਵੀ ਕਰਦਾ। ਹੁਣ ਆਪਾਂ ਸਾਰੇ ਬੈਠੇ ਇੱਥੇ ਰਲ ਕੇ 50-60 ਜਣੇ ਬੈਠੇ ਹੋਈਏ, ਹੁਣ ਸਾਰਿਆਂ ਦੀ ਪਕੜ ਤਾਂ ਨਹੀਂ ਨਾ ਬਾਣੀ 'ਚ ਹੋ ਸਕਦੀ। ਕਿਸੇ ਦੀ ਆਪਣੀ ਛੋਟੀ ਮੱਤ ਮੁਤਾਬਕ ਜਿਵੇਂ ਵੀ ਹੋ ਸਕਦੀ ਹੈ, ਕਿਸੇ ਦੀ ਮੱਤ ਦਾ ਦਾਇਰਾ ਵੱਡਾ ਹੋ ਸਕਦਾ, ਉਹਨੇ ਆਪਣੇ ਮੁਤਾਬਕ ਲਿਖਣਾ, ਕਿਸੇ ਹੋਰ ਨੇ ਆਪਣੇ ਮੁਤਾਬਕ, ਪਰ ਲਿਖੂ ਅਗਲਾ ਹਰੇਕ ਆਪਣੇ ਗੁਰੂ ਦੀ ਉਸਤਤੀ। ਬਾਅਦ ਦੇ ਵਿੱਚ ਇਵੇਂ ਹੋਇਆ, ਸਾਰੇ ਲਿਖਣ ਲੱਗ ਪਏ ਸਾਡਾ ਗੁਰੂ ਆਹ ਕਹਿੰਦੇ, ਸਾਡਾ ਗੁਰੂ ਆਹ ਕਹਿੰਦਾ ਜੀ, ਸਾਡਾ ਆਗੂ ਆਹ ਕਹਿੰਦਾ, ਸਾਰਿਆਂ ਦੇ ਮਤਭੇਦ ਹੋ ਗਏ। ਪਰ ਅਸੀਂ ਇਹ ਗੱਲਾਂ ਸਮਝਣ ਨੂੰ ਤਿਆਰ ਕਿੱਥੇ ਅੱਜ ਵੀ ਰੌਲੇ ਰੱਪੇ ਸਾਨੂੰ ਦਿੰਦੇ ਵੀ ਕਿਤੇ ਸਿੱਖ ਧਰਮ 'ਚ ਹੀ ਰੌਲੇ ਰੱਪਾ, ਉਹਨਾਂ ਦੇ ਵੱਡੇ ਵੱਡੇ ਰੌਲੇ ਚੱਲਦੇ ਨੇ, ਵੱਡੇ ਵੱਡੇ ਰੌਲੇ। ਅਗਲੇ ਨੂੰ ਸਮਝ ਨਹੀਂ ਆਉਂਦੀ। ਹੋਰਾਂ ਧਰਮਾਂ ਬਾਰੇ ਵਿਚਾਰ ਕੇ ਵੇਖੋ, ਉਹਨਾਂ ਦੇ ਇਤਿਹਾਸ ਨੂੰ, ਜਾਂ ਅੱਜ ਦੇ ਜਿਹੜੇ ਉਹਨਾਂ ਦੇ ਕੰਮ ਚੱਲ ਰਹੇ ਨੇ ਨਾ, ਜਾਂ ਉਹਨਾਂ 'ਚ ਕਿਹੋ ਜਿਹੀਆਂ ਹਲਚਲਾਂ ਮਚ ਰਹੀਆਂ, ਉਹਨਾਂ ਨੂੰ ਪੜ੍ਹੋ।
ਉਹਨਾਂ ਦੇ ਖੁਦ ਦੇ ਸਟੈਂਡ ਨਹੀਂ ਹੈਗੇ, ਉਹ ਖੁਦ ਉਲਝਣ ਤਾਣੀ ਦੇ ਵਿੱਚ ਨੇ। ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਗੱਲ ਕਿਹੜੀ ਮੰਨਣੀ ਹੈ। ਦੁਨੀਆ 'ਤੇ ਸ਼ਾਂਤੀ ਫੈਲਾਉਂਦੇ ਤੁਰੇ ਫਿਰਦੇ ਨੇ, ਆਪਦੇ ਉਹਨਾਂ ਦੇ ਇਲਾਜ ਨਹੀਂ, ਲੋਕਾਂ ਦੇ ਇਲਾਜ ਕਰਾਉਂਦੇ ਤੁਰੇ ਫਿਰਦੇ ਨੇ। ਆ ਪਿੱਛੇ ਤੁਸੀਂ ਵੇਖਿਆ ਹੀ, ਇੱਥੇ ਫੋਟੋ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ, ਜਿਹੜੇ ਇੱਥੇ ਪੰਜਾਬ ਦੀ ਧਰਤੀ 'ਤੇ ਲੋਕਾਂ ਨੂੰ ਇਲਾਜ ਕਰ ਰਹੇ ਨੇ ਨਾ, ਵੀ ਕਿਸੇ ਨੂੰ ਨਾ ਤੁਰਦੇ ਨੂੰ ਤੁਰਨ ਲਾਤਾ, ਕਿਸੇ ਦੀ ਬਾਂਹ ਖੜੀ ਸੀ ਉਹ ਚੱਲਣ ਲਾਤੇ, ਕੋਈ ਮਰੇ ਨੂੰ ਜਿਉਂਦਾ ਕਰਤਾ, ਭੂਤਾਂ ਕੱਢਦੀਆਂ। ਅਤੇ ਉਹਨਾਂ ਦੇ ਬਾਹਰ ਨੂੰ ਤੁਸੀਂ ਵੇਖਿਆ, ਉਹਨਾਂ ਦਾ ਪੌਪ ਆਪ ਵੀਲ ਚੇਅਰ 'ਤੇ ਬੈਠਾ ਹੈ, ਉਹਦੇ ਗੋਡੇ ਕੰਮ ਨਹੀਂ ਕਰਦੇ। ਇੱਥੇ ਜਿਨ੍ਹਾਂ ਦੇ ਗੋਡੇ ਕੰਮ ਨਹੀਂ ਕਰਦੇ ਉਹਨਾਂ ਨੂੰ ਮੰਤਰ ਮਾਰ ਕੇ ਭੱਜਣ ਲਾ ਦਿੰਦੇ ਨੇ। ਹੈ ਉਹੀ ਜੀ, ਅਸੀਂ ਉਹ ਧਰਮ ਦਾ ਪ੍ਰਚਾਰ ਕਰਦੇ ਵੀ ਉੱਥੇ ਕਿਉਂ ਨਹੀਂ ਚਲੇ ਜਾਂਦੇ? ਆਪਦਾ ਤੁਹਾਡਾ ਪੌਪ ਤਾਂ ਖੁਦ ਬੈਠਾ ਏ ਵੀਲ ਚੇਅਰ 'ਤੇ। ਤੁਸੀਂ ਵੇਖਿਆ ਨਾ, ਜਿਹਦੇ ਗੋਡੇ ਨਾਲ ਜਦੋਂ ਚੇਅਰ ਦਿੱਤੀ ਹੁੰਦੀ ਹੈ, ਕੁਰਸੀ ਉਹਨੂੰ ਤੋੜਨ ਦੇ ਲਈ, ਵੀ ਉੱਥੇ ਕਿਉਂ ਨਹੀਂ ਕਰ ਲੈਂਦੇ? ਅਤੇ ਇਹਨਾਂ ਗੱਲਾਂ ਨੂੰ ਵੇਖ ਕੇ ਸਾਨੂੰ ਮੱਤ ਕਿਉਂ ਨਹੀਂ ਆ ਜਾਂਦੀ ਵੀ ਸਾਰਾ ਕੁਝ ਵਿਖਾਵਾ ਕਰ ਰਹੇ ਨੇ, ਵਿਖਾਵਾ ਕਰ ਰਹੇ ਨੇ, ਝੂਠ ਫੈਲਾ ਰਹੇ ਨੇ ਲੋਕਾਂ ਵਿੱਚ। ਸਾਨੂੰ ਸਮਝ ਆ ਜਾਣੀ ਚਾਹੀਦੀ। ਜੇ ਇਹਨਾਂ ਕਰਾਮਾਤਾਂ ਦੇ ਨਾਲ ਹੀ ਸਾਰਾ ਕੁਛ ਕਰ ਲੈਂਦੇ ਹੁੰਦੇ, ਫਿਰ ਇਹਨਾਂ ਨੂੰ ਤਾਂ ਡਾਕਟਰ ਦੀ ਸਲਾਹ ਲੈਣ ਦੀ ਲੋੜ ਹੀ ਨਾ ਪੈਂਦੀ। ਹਸਪਤਾਲ ਕਾਹਤੋਂ ਖੋਲ੍ਹਦੇ ਫਿਰੇ, ਦਵਾਈਆਂ ਕਿਉਂ ਦਿੰਦੇ ਫਿਰਦੇ? ਐਂ ਲੋਟ ਆ ਜਾਣੇ ਚਾਹੀਦੇ ਸੀ। ਅਤੇ ਇਸ ਕਰਕੇ ਗੁਰਬਾਣੀ ਵਰਗਾ ਕੋਈ ਗੁਰੂ ਨਹੀਂ ਹੈ ਸਾਡਾ। ਜਿੱਦਣ ਇਹਦੀ ਚਰਨੀ ਲੱਗਾਂਗੇ ਨਾ, ਸੱਚਿਓ ਹੀ ਆਨੰਦ ਆ ਜਾਣਾ। ਆਹ ਬਾਬਾ ਰਾਮਦਾਸ ਸਾਹਿਬ, ਧੰਨ ਗੁਰੂ ਚੌਥੇ ਪਾਤਸ਼ਾਹ ਰਾਮਦਾਸ ਸਾਹਿਬ ਬੋਲ ਕਹਿ ਰਹੇ ਨੇ, ਹਰ ਜਨ ਗੁਰਮਤਿ ਰਾਮ ਬੁਲਾਏ। ਹਰੀ ਦੇ ਜਨੋਂ ਸਾਡੇ ਰੂਪ ਵਿੱਚ 35 ਮਹਾਂਪੁਰਖ ਨੇ, ਸਾਡੇ ਸਾਹਮਣੇ 35 ਮਹਾਂਪੁਰਖ ਬਾਣੀ ਰੂਪ ਬੈਠੇ। ਇਹਨਾਂ ਦੇ ਕੋਲ ਕਦੇ ਅਰਦਾਸ ਕਰ ਵੀ ਮੈਨੂੰ ਰਾਮ ਦੇ ਨਾਲ ਜੋੜ, ਅਤੇ ਜੋੜ ਵੀ ਦੇਣਗੇ। ਬਸ ਗੱਲ ਨੂੰ ਮੰਨੀ ਤੁਰਿਆ ਜਾਏ, ਜੋੜ ਦੇਣਗੇ। ਕਹਿੰਦੇ ਜੋ ਜੋ ਸੁਣੈ ਕਹੈ ਸੋ ਮੁਕਤਾ। ਜਿਹੜਾ ਮਨੁੱਖ ਗੁਰੂ ਪਾਸੋਂ ਪ੍ਰਭੂ ਦਾ ਨਾਮ ਸੁਣਦਾ ਹੈ, ਭਾਵ ਗੁਰੂ ਦਾ ਉਪਦੇਸ਼ ਸੁਣਦਾ ਹੈ ਜਾਂ ਉਚਾਰਦਾ ਹੈ, ਭਾਵ ਜਾਂ ਤਾਂ ਬੋਲਦਾ ਹੈ ਜਾਂ ਸੁਣਦਾ ਹੈ, ਕਹਿੰਦਾ ਉਹ ਦੁਰਮਤ ਤੋਂ ਦੂਰ ਹੋ ਜਾਂਦਾ ਹੈ, ਸੁਤੰਤਰ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਹੈ, ਮਾੜੀ ਮੱਤ ਤੋਂ ਚੰਗੀ ਮੱਤ ਆ ਜਾਂਦੀ ਹੈ, ਸੁਤੰਤਰ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਜਪ ਕੇ ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ ਬੰਦਾ, ਸੋਹਣੇ ਜੀਵਨ। ਪਰ ਹਾਂ ਸ਼ਰਤ ਇਹ ਹੈ ਵੀ ਨਾਮ ਜਪਣ ਦਾ ਤਰੀਕਾ ਕੀ ਹੈ, ਅਤੇ ਨਾਮ ਲੈਣਾ ਕਿਤੋਂ ਹੈ? ਸੱਚੇ ਗੁਰੂ ਤੋਂ ਨਾਮ। ਇਹ ਭੁਲੇਖੇ ਕੱਢ ਕੇ ਫਿਰ ਅਸੀਂ ਰੱਬ ਦੇ ਨੇੜੇ ਹੋ ਸਕਦੇ। ਇਹ ਨਹੀਂ ਵੀ ਥਾਂ 'ਤੇ ਜਾ ਕੇ ਕਿਤੇ ਰੱਬ ਮਿਲਦਾ ਤੁਰਿਆ ਫਿਰੇ, ਨਹੀਂ, ਇਹ ਨਹੀਂ ਹੈ। ਅਤੇ ਇਸ ਗੱਲ ਨੂੰ ਸਮਝਣ ਦੇ ਲਈ ਸਾਨੂੰ ਪੜ੍ਹਾਈ ਬੜੀ ਲਾਜ਼ਮੀ ਹੈ, ਜਿਹੜੀ ਅਸੀਂ ਪੜ੍ਹਨ ਨੂੰ ਤਿਆਰ ਨਹੀਂ ਹੈ। ਪੜ੍ਹਾਈ ਜ਼ਰੂਰੀ ਹੈ, ਸਮਝੋ। ਜਿਨ੍ਹਾਂ ਦੇ ਪਿੱਛੇ ਲੱਗੇ ਤੁਰੇ ਫਿਰਦੇ ਉਹਨਾਂ ਬਾਰੇ ਸਮਝ ਕੇ ਵੇਖ ਲਓ, ਕੁਛ ਨਹੀਂ ਮਿਲਣਾ ਤੁਹਾਨੂੰ। ਅਤੇ ਸਤਿਗੁਰੂ ਜੀ ਪਹਿਲੇ ਬੰਦ ਵਿੱਚ ਗੱਲ ਆਖਦੇ ਨੇ, ਕਹਿੰਦੇ ਰਾਮ ਜਨਾ ਮਿਲ ਭਇਆ ਆਨੰਦਾ। ਪਹਿਲਾਂ ਗੱਲ ਸਮਝੀ ਰਹਾਓ ਵਾਲੇ ਬੰਦ ਵਿੱਚ, ਵੀ ਜਿਹੜੇ ਰਾਮ ਦੇ ਜਾਣੇ ਉਹਨਾਂ ਦੇ ਨਾਲ ਮਿਲ ਕੇ ਉਹ ਪ੍ਰਮਾਤਮਾ ਨਾਲ ਜੋੜਦੇ ਨੇ। ਹੁਣ ਉਹਦੀ ਵਿਆਖਿਆ ਚੱਲ ਰਹੀ ਅੱਗੇ। ਗੁਰਦੇਵ ਜੀ ਆਪ ਬਿਆਨ ਕਰਦੇ ਨੇ ਗੱਲਾਂ, ਗੁਰੂ ਰਾਮਦਾਸ ਸਾਹਿਬ। ਉਹਨਾਂ 'ਤੇ ਤਾਂ ਸਾਨੂੰ ਯਕੀਨ ਹੋ ਹੀ ਜਾਣਾ ਚਾਹੀਦਾ ਨਾ, ਵੀ ਸਾਡੇ 'ਤੇ ਨਹੀਂ ਯਕੀਨ ਤਾਂ ਬਾਣੀ 'ਤੇ ਤਾਂ ਯਕੀਨ ਕਰੀਏ। ਕਹਿੰਦੇ ਰਾਮ ਜਨਾ ਮਿਲ ਭਇਆ ਆਨੰਦਾ। ਜਿਹੜੇ ਰਾਮ ਦੇ ਜਨ ਨੇ ਨਾ, ਹਰੀ ਦੇ ਜਨ, ਗੁਰਬਾਣੀ, ਉਹਨਾਂ ਨੂੰ ਮਿਲ ਕੇ ਆਨੰਦ ਪੈਦਾ ਹੋਇਆ। ਰਾਮ ਜਨਾ ਮਿਲ ਭਇਆ ਆਨੰਦਾ। ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ, ਹਰੀ ਦੇ ਜਨਾਂ ਨੂੰ ਮਿਲ ਕੇ, ਭਾਵ ਗੁਰੂ ਹਰੀ ਦਾ ਜਾਣਿਆ, ਉਹਨੂੰ ਮਿਲ ਕੇ ਆਨੰਦ ਪੈਦਾ ਹੋਇਆ, ਖੜਾਅ ਪੈਦਾ ਹੋਇਆ, ਚਾਉ ਪੈਦਾ ਹੋਇਆ, ਗੁਰੂ ਵਾਲਾ ਸੁਭਾਅ ਬਣਿਆ। ਸਾਨੂੰ ਤਾਂ ਆਨੰਦ ਉਹ ਕਿੱਥੇ ਫੀਲ ਹੋਣਾ, ਕਿਉਂਕਿ ਸਾਨੂੰ ਗੁਰੂ 'ਤੇ ਯਕੀਨ ਨਹੀਂ ਹੈ। ਰਾਮ ਜਨਾ ਮਿਲ ਭਇਆ ਆਨੰਦਾ ਹਰ ਨੇਕੀ ਕਥਾ ਸੁਣਾਏ। ਆਨੰਦ ਪੈਦਾ ਹੋਇਆ ਕਿਉਂਕਿ ਗੁਰੂ ਨੇ ਪ੍ਰਮਾਤਮਾ ਦੀ ਸੋਹਣੀ ਕਥਾ ਸੁਣਾਈ। ਸੋਹਣੀ ਕਥਾ, ਨੇਕੀ ਦਾ ਮਤਲਬ ਹੁੰਦਾ ਸੋਹਣੀ। ਅਤੇ ਕਹਿੰਦੇ ਸੁਣਨ ਵਾਲੇ ਦੇ ਵੀ ਹਿਰਦੇ ਵਿੱਚ ਚਾਅ ਪੈਦਾ ਹੋ ਗਿਆ, ਚਾਅ ਪੈਦਾ ਹੋ ਗਿਆ ਸੁਣਨ ਵਾਲੇ ਦੇ। ਭਾਵ ਅਰਥ ਵੀ ਜਿਹੜੇ ਨੇ ਗੁਰੂ ਤੋਂ ਵਿਚਾਰ ਸੁਣੇ ਰੱਬ ਦੇ, ਉਹਦੇ ਅੰਦਰ ਵੀ ਚਾਅ ਪੈਦਾ ਹੋ ਗਿਆ। ਹੁਣ ਇਹ ਵੇਖੋ ਵੀ ਸਾਡੇ 'ਚ ਹੁਣ ਤੱਕ ਚਾਅ ਪੈਦਾ ਹੋਇਆ ਕਿ ਨਹੀਂ। ਤੇ ਨਹੀਂ ਹੋਇਆ ਤਾਂ ਇਹਦਾ ਮਤਲਬ ਅਜੇ ਤੱਕ ਗੁਰੂ ਦੀ ਗੱਲ ਨਹੀਂ ਸੁਣੀ, ਸੁਣ ਕੇ ਅਣਸੁਣੀ ਹੀ ਕਰਦੇ ਰਹੇ ਹਾਂ।
ਜੇ ਆਨੰਦ ਪੈਦਾ ਕਰਨਾ ਹੈ ਤਾਂ ਗੁਰੂ ਦੀ ਗੱਲ ਨੂੰ ਮੰਨਣਾ ਪੈਣਾ ਹੈ। ਰਾਮ ਜਨਾ ਮਿਲ ਭਇਆ ਆਨੰਦਾ, ਹਰ ਨੀਕੀ ਕਥਾ ਸੁਣਾਏ। ਤੇ ਆਨੰਦ ਪੈਦਾ ਕਿਵੇਂ ਹੋਣਾ ਹੈ? ਜਦੋਂ ਮਾੜੇ ਵਿਚਾਰ ਨਿਕਲ ਗਏ, ਚੰਗੇ ਆ ਗਏ ਤਾਂ ਆਨੰਦ ਆ। ਕਿਉਂਕਿ ਬੰਦਾ ਖੁਸ਼ੀ 'ਚ ਹੀ ਮੰਨ ਲਓ ਫੁੱਲੇ ਨਹੀਂ ਨਾ ਸਮਾਉਂਦਾ। ਜਦੋਂ ਚੰਗੇ ਗੁਣ ਹੋਣ, ਚੰਗੇ ਵਿਚਾਰ ਹੋਣ, ਖੁਸ਼ੀ ਉਦੋਂ ਹੀ ਹੁੰਦੀ। ਕਹਿੰਦੇ ਦੁਰਮਤ ਮੈਲ ਗਈ ਸਭ ਨਿਕਲ, ਮਾੜੀ ਮੱਤ ਮੈਲ ਨਿਕਲ ਗਈ ਮਨ 'ਚੋਂ। ਸਤ ਸੰਗਤ ਮਿਲ ਬੁੱਧ ਪਾਏ, ਸੱਚੀ ਸੰਗਤ ਦੇ ਨਾਲ ਜੁੜ ਕੇ ਮੈਨੂੰ ਬੁੱਧੀ ਆ ਗਈ। ਹੁਣ ਆਹ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ ਨਤੀਜਾ। ਸਿੱਟਾ ਨਿਕਲਦਾ ਹੈ, ਮੈਲ ਨਿਕਲ ਜਾਂਦੀ ਹੈ, ਚੰਗੀ ਮੱਤ ਆ ਜਾਂਦੀ ਹੈ, ਬੁੱਧ ਮਿਲ ਜਾਂਦੀ, ਭਾਵ ਸਿਆਣਾ ਹੋ ਜਾਂਦਾ। ਅਤੇ ਅੱਗੇ ਸਤਿਗੁਰੂ ਦੂਸਰੇ ਬੰਦ ਵਿੱਚ ਆਖਦੇ ਨੇ, ਕਹਿੰਦੇ ਜੇ ਵੱਡ ਭਾਗ ਹੋਵੈ ਮੁਖ ਮਸਤਕ, ਹਰ ਰਾਮ ਜਨਾ ਪਿਟਾਏ। ਅਤੇ ਜੇ ਗੁਰੂ ਦੇ ਚਰਨਾਂ 'ਤੇ ਤੁਰਨ ਲੱਗ ਪਿਆ, ਇਹ ਤੇਰੇ ਵੱਡੇ ਭਾਗ ਬਣ ਲੱਗ ਪੈਣਗੇ। ਅਤੇ ਇਹਨਾਂ ਭਾਗਾਂ ਨੇ ਹੀ ਤੈਨੂੰ ਰਾਮ ਦੇ ਨਾਲ ਜੋੜਨਾ, ਰਮੇ ਹੋਏ ਰੱਬ ਦੇ ਨਾਲ, ਜਿਹੜਾ ਘਟ ਘਟ ਦੇ ਵਿੱਚ ਉਹਦੇ ਨਾਲ ਜੋੜ ਦੇਣਾ। ਭਾਵ ਤੇਰੀ ਸੁਰਤ ਉਹਦੇ ਨਾਲ ਜਿੱਦਣਾ ਭੇਦ ਹੋ ਗਈ ਨਾ, ਸਾਰੇ ਪਾਸੇ ਦਿਖਣ ਲੱਗ ਪੈਣਾ। ਇਹਨੂੰ ਮਿਲਾਨਾ ਕਹਿੰਦੇ ਨੇ। ਦਰਸ਼ਨ ਸੰਤ ਦੇਹੋ ਕਰ ਕਿਰਪਾ, ਸਭ ਦਾਲਦ ਦੁੱਖ ਲੈ ਜਾਏ। ਹੇ ਪ੍ਰਭੂ ਕਿਰਪਾ ਕਰਕੇ ਮੈਨੂੰ ਸੰਤ ਜਨਾਂ ਦਾ ਦਰਸ਼ਨ ਬਖਸ਼। ਇਹ ਫੈਸਲਾ ਠੀਕ ਹੈ ਵੀ ਗੁਰੂ ਦੇ ਨਾਲ ਜੁੜ ਕੇ ਰੱਬ ਨੂੰ ਮਿਲਿਆ ਜਾ ਸਕਦਾ। ਫਿਰ ਰੱਬ ਅੱਗੇ ਬੇਨਤੀ ਕਰਿਆ ਕਰੋ, ਹੇ ਰੱਬ ਜੀ ਮੈਨੂੰ ਗੁਰੂ ਮਿਲਾ, ਜਿਹਦੇ ਰਾਹੀਂ ਮੈਂ ਤੈਨੂੰ ਮਿਲਣਾ ਹੈ। ਆਪਣੇ ਕਿਉਂਕਿ ਵਿੱਚ ਬੈਠਾ ਹੈ, ਬਸ ਅੰਦਰੋਂ ਤਾਕਤ ਪੈਦਾ ਕਰੋ, ਮੈਂ ਗੁਰੂ ਨੂੰ ਮਿਲਣਾ। ਗੁਰੂ ਮੈਨੂੰ ਰਾਹ ਦੱਸੇਗਾ ਅਤੇ ਮੈਂ ਉਹ 'ਤੇ ਰਾਹ 'ਤੇ ਤੁਰਨਾ ਹੈ। ਕਿਉਂਕਿ ਰੱਬ ਹੀ ਗੁਰੂ ਮਿਲਾਉਂਦਾ ਹੈ ਅਤੇ ਗੁਰੂ ਹੀ ਰੱਬ ਨੂੰ ਮਿਲਾਉਂਦਾ ਹੈ। ਇੱਕ ਮਿੱਕ ਨੇ ਦੋਵੇਂ। ਦਰਸ਼ਨ ਸੰਤ ਦੇ ਹੋ ਕਰ ਕਿਰਪਾ, ਸਭ ਦਾਲਦ ਦੁੱਖ ਲੈ ਜਾਏ। ਹੇ ਰੱਬ ਜੀ ਗੁਰੂ ਦੇ ਨਾਲ ਮੈਨੂੰ ਮਿਲਾ ਦਿਓ। ਭਾਵ ਅਰਥ ਮੈਂ ਗੁਰੂ ਨੂੰ ਮਿਲਾਂ, ਜਿਹਦੇ ਨਾਲ ਮਿਲ ਕੇ ਮੇਰੇ ਦੁੱਖ ਦੂਰ ਹੋ ਜਾਣ, ਦਾਲਦ ਲੈ ਜਾਣ। ਹਰ ਕੇ ਲੋਗ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ। ਪ੍ਰਭੂ ਦੀ ਭਗਤ ਕਰਨ ਵਾਲੇ ਬੰਦੇ ਸੋਹਣੇ ਜੀਵਨ ਵਾਲੇ ਹੁੰਦੇ ਨੇ। ਪ੍ਰਭੂ ਦੀ ਭਗਤੀ ਕਰਨ ਵਾਲੇ ਸੋਹਣੇ ਜੀਵਨ ਵਾਲੇ ਹੁੰਦੇ ਨੇ। ਪਰ ਮੰਦਭਾਗੀ ਮਨੁੱਖਾਂ ਨੂੰ ਉਹਨਾਂ ਦਾ ਦਰਸ਼ਨ ਚੰਗਾ ਨਹੀਂ ਲੱਗਦਾ। ਮੰਦਭਾਗੇ। ਹੁਣ ਇਹ ਸਮਝ ਲਓ ਵੀ ਜਿਹਨੂੰ ਗੁਰੂ ਦੀਆਂ ਜਾਂ ਰੱਬ ਦੀਆਂ ਗੱਲਾਂ ਚੰਗੀਆਂ ਨਹੀਂ ਨਾ ਲੱਗਦੀਆਂ, ਬਾਬਾ ਰਾਮਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਦਾ ਫੈਸਲਾ ਕਿ ਉਹ ਮੰਦਭਾਗੇ ਲੋਕ ਨੇ, ਮਾੜਿਆਂ ਭਾਗਾਂ ਵਾਲੇ ਨੇ। ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨ ਚੰਗੇ ਨਹੀਂ ਲੱਗਦੇ। ਗੁਰੂ ਦੇ ਦਰਸ਼ਨ ਮਤਲਬ ਗੁਰੂ ਦੀ ਵਿਚਾਰ, ਰੱਬ ਦੀ ਵਿਚਾਰ ਜਿਨ੍ਹਾਂ ਨੂੰ ਚੰਗੀ ਨਹੀਂ ਲੱਗਦੀ, ਕਹਿੰਦੇ ਮੰਦਭਾਗੇ ਨੇ ਉਹ। ਹਰ ਕੇ ਲੋਕ ਰਾਮ ਜਨ ਨੀਕੇ, ਭਾਗਹੀਨ ਨਾ ਸੁਖਾਏ। ਉਹਨਾਂ ਨੂੰ ਵਿਚਾਰ ਹੀ ਨਹੀਂ ਚੰਗੀ ਲੱਗਦੀ। ਕਹਿੰਦੇ ਜਿਉਂ ਜਿਉਂ ਰਾਮ ਕਹੈ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਅਤੇ ਸਤਿਗੁਰੂ ਕਹਿੰਦੇ ਸੰਤ ਜਨ ਜਿਉਂ ਜਿਉਂ ਹਰਨਾਮ ਸਿਮਰਦੇ ਹਨ, ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਨੇ। ਸੰਤ ਜਨ ਜਿਹੜੇ ਗੁਰੂ ਦੇ ਜਨ ਬਣ ਜਾਂਦੇ ਨੇ, ਜਿਹੜੇ ਗੁਰੂ ਦੇ ਸੇਵਕ ਬਣ ਗਏ, ਜਿਹੜੇ ਗੁਰੂ ਦੀ ਵਿਚਾਰ ਸੁਣਦੇ ਨੇ, ਉਹ ਵਿਚਾਰ ਸੁਣਦੇ ਸੁਣਦੇ ਉੱਚੇ ਹੁੰਦੇ ਜਾਂਦੇ ਨੇ। ਅਤੇ ਅੱਗੇ ਕਹਿੰਦੇ ਉਹਨਾਂ ਦੀ ਨਿੰਦਿਆ ਕਰਨ ਵਾਲੇ ਨੇ ਨਾ, ਜਿਹੜੇ ਮੰਨ ਲਓ ਸੱਚ ਦੇ ਪਾਂਧੀ ਨੇ, ਉਹਨਾਂ ਦੀ ਨਿੰਦਿਆ ਕਰਨ ਵਾਲੇ ਨੇ, ਜਿਹੜੇ ਝੂਠੇ ਲੋਕ ਨੇ। ਕਹਿੰਦੇ ਉਹਨਾਂ ਦਾ ਜੀਵਨ ਇਉਂ ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੋਵੇ। ਸੱਚ ਐਂ ਲੱਗਦਾ ਉਹਨਾਂ ਨੂੰ ਵੀ ਜਿਵੇਂ ਡੰਗ ਹੀ ਮਾਰਤਾ ਹੋਵੇ ਕਿਸੇ ਨੇ। ਜਿਹੜੇ ਨਿੰਦਕ ਨੇ, ਜਿਹੜੇ ਗੁਰੂ ਦੀ ਗੱਲ ਸੁਣਦੇ ਨੇ, ਉਹਨਾਂ ਨੂੰ ਤਾਂ ਸੱਚ ਡੰਗ ਵਰਗਾ ਲੱਗਦਾ, ਸੱਪ ਦੇ ਜ਼ਹਿਰ ਵਰਗਾ, ਵੀ ਡੰਗ ਹੀ ਵੱਜ ਗਿਆ। ਆਪਾਂ ਕਹਿੰਦੇ ਨੇ ਵੀ ਮੈਂ ਕਿਹੜਾ ਤੇਰੇ ਕੋਈ ਸੋਟਾ ਮਾਰਦਾ, ਗੱਲ ਹੀ ਕਹੀ ਹੈ। ਜਦੋਂ ਕਿਸੇ ਨੂੰ ਸੱਚ ਕਹਿ ਦਈਏ ਬੰਦਾ ਭੱਜ ਕੇ ਨਹੀਂ ਪੈਂਦਾ, ਵੀ ਗੱਲ ਹੀ ਕਹੀ ਹੈ, ਡਾਂਗ ਥੋੜ੍ਹੀ ਮਾਰੀ ਤੇਰੇ। ਕਹਿੰਦੇ ਐਂ ਜੇ ਲੱਗਦਾ ਵੀ ਡੰਗ ਵੱਜ ਗਿਆ ਹੁੰਦਾ ਹੈ। ਜਿਹੜੇ ਸੁਣਦੇ ਨਹੀਂ ਗੱਲ ਨੂੰ, ਜਿਨ੍ਹਾਂ ਨੂੰ ਸੱਚ ਚੰਗਾ ਨਹੀਂ ਨਾ ਲੱਗਦਾ, ਡੰਗ ਵਰਗਾ ਲੱਗਦਾ ਉਹਨਾਂ ਨੂੰ, ਡੰਗ ਵਰਗਾ। ਕਹਿੰਦੇ ਜਿਉਂ ਜਿਉਂ ਰਾਮ ਕਹੈ ਜਨ ਉੱਚੇ, ਪਰ ਗੁਰੂ ਦੀ ਉਸਤਤ ਕਰਨ ਵਾਲੇ ਹਮੇਸ਼ਾ ਉੱਚੇ ਹੁੰਦੇ ਜਾਂਦੇ ਨੇ। ਉਹ ਨਿੰਦਕਾਂ ਦੇ ਕਹਿਣ ਦੇ ਨਾਲ ਕਦੇ ਉਹ ਸੱਟ ਨਹੀਂ ਸਕਦੇ ਥੱਲੇ, ਨਿੰਦਕਾਂ ਦੇ ਕਹਿਣ ਦੇ ਨਾਲ ਕਦੇ ਬਦਨਾਮੀ ਨਹੀਂ ਹੁੰਦੀ। ਪਰ ਜਿੰਨਾ ਟਾਈਮ ਸੱਚ ਬੋਲਿਆ ਜਾਵੇ ਉਹਨਾਂ ਨੂੰ ਡੰਗ ਵਰਗਾ ਲੱਗਦਾ। ਅਤੇ ਅੱਗੇ ਸਤਿਗੁਰੂ ਜੀ ਕਹਿੰਦੇ ਤ੍ਰਿਗ ਤ੍ਰਿਗ ਨਰ ਨਿੰਦਕ, ਜਿਨ ਜਨ ਨਹੀਂ ਪਾਏ। ਲਾਹਣ ਤੇ ਉਹਨਾਂ ਦੇ ਜੀਵਨ 'ਤੇ, ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਚੰਗੀ ਨਹੀਂ ਲੱਗੀ, ਜਿਨ੍ਹਾਂ ਨੂੰ ਪਰਮਾਤਮਾ ਜੀ ਦੇ ਸੇਵਕ ਭਾਵ ਗੁਰੂ ਦੇ ਵਿਚਾਰ ਚੰਗੇ ਨਹੀਂ ਲੱਗੇ, ਗੁਰੂ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ, ਲਾਹਣ ਤੇ ਉਹਨਾਂ ਦੇ ਜੀਵਨ 'ਤੇ। ਤ੍ਰਿਗ ਤ੍ਰਿਗ ਨਰ ਨਿੰਦਕ, ਇਹੋ ਜਿਹੇ ਨਿੰਦਕ। ਨਿੰਦਕ ਦਾ ਮਤਲਬ ਹੁੰਦਾ ਗੁਰੂ ਦੀ ਗੱਲ ਸੁਣਨ ਵਾਲਾ ਨਹੀਂ, ਉਹ ਹੈ ਅਸਲ ਨਿੰਦਕ।
ਜਿਹੜਾ ਗੁਰੂ ਦੀ ਗੱਲ ਨਹੀਂ ਸੁਣਦਾ ਵੱਡਾ ਨਿੰਦਕ ਹੈ ਉਹ, ਜਿਹੜਾ ਗੁਰੂ ਦੀ ਗੱਲ ਨੂੰ ਲੁਕਾਉਂਦਾ ਹੈ ਵੱਡਾ ਨਿੰਦਕ ਹੈ ਉਹ। ਇਸ ਕਰਕੇ ਅਸੀਂ ਵੀ ਨਿੰਦਕ ਨਾ ਬਣੀਏ, ਅਸੀਂ ਗੁਰੂ ਦੇ ਬਚਨਾਂ ਨੂੰ ਸੁਣੀਏ, ਗੁਰੂ ਦੇ ਬੋਲਾਂ ਨੂੰ ਮੰਨੀਏ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ। ਅਤੇ ਜਿਹੜੇ ਪਰਮਾਤਮਾ ਦੇ ਚਰਨੇ ਦੇ ਵਿੱਚ ਜੁੜੇ ਰਹਿੰਦੇ ਨੇ ਉਹ ਲੋਕ ਉਹਨਾਂ ਨੂੰ ਕਦੇ ਚੰਗੇ ਨਹੀਂ ਲੱਗਦੇ। ਜਿਹੜੇ ਨਿੰਦਕ ਨੇ ਕਹਿੰਦੇ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ। ਜਿਹੜੇ ਹਰੀ ਰੱਬ ਦੇ ਚੋਰ ਨੇ ਨਾ, ਨਿੰਦਕ ਨੇ, ਜਿਹੜੇ ਗੁਰੂ ਦੀ ਗੱਲ ਨੂੰ ਮੰਨਦੇ ਨਹੀਂ, ਕਹਿੰਦੇ ਵੇ ਮੁਖ ਨੇ ਉਹ, ਮੂੰਹ ਕਾਲੇ ਵਾਲੇ ਨੇ ਉਹ, ਕਾਲੇ ਮੂੰਹ ਵਾਲੇ ਨੇ ਉਹ। ਜਿਨ ਗੁਰ ਕੀ ਪੈਜ ਨਾ ਪਾਏ, ਜਿਨ੍ਹਾਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ, ਜਿਨ੍ਹਾਂ ਨੂੰ ਗੁਰੂ ਦੀ ਇੱਜ਼ਤ ਪਿਆਰੀ ਨਹੀਂ ਹੈ, ਜਿਹੜੇ ਗੁਰੂ ਨੂੰ ਛੱਡ ਕੇ ਥਾਂ ਥਾਂ ਜਾਂਦੇ ਨੇ, ਇਹਨੂੰ ਵੱਡੇ ਨਿੰਦਕ ਨੇ। ਦਇਆ ਦਇਆ ਕਰ ਰਾਖੋ ਹਰ ਜੀਓ, ਹਮ ਦੀਨ ਤੇਰੀ ਸ਼ਰਣਾਈ। ਆਹ ਭਾਵ ਅੰਦਰੋਂ ਨਿਕਲਣਾ ਚਾਹੀਦਾ ਵੀ ਦਇਆ ਕਰਕੇ ਸਾਨੂੰ ਰੱਖ ਲੈ, ਅਸੀਂ ਸਿਰਫ ਤੇਰੀ ਸ਼ਰਨ ਦੇ ਵਿੱਚ, ਅਸੀਂ ਗਰੀਬ ਤੇਰੀ ਸ਼ਰਨ ਵਿੱਚ। ਆਹ ਭਾਵ ਪੈਦਾ ਕਰੀਏ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਗੁਰੂ ਅੱਗੇ ਆ ਬੇਨਤੀ ਕਰਿਆ ਕਰੋ ਵੀ ਸਾਡਾ ਪਿਓ ਤੂੰ ਹੈ ਅਤੇ ਅਸੀਂ ਤੇਰੇ ਅਣਜਾਣ ਬੱਚੇ ਹਾਂ। ਅਣਜਾਣ ਜੇ ਬੱਚੇ, ਅਣਜਾਣ ਬੱਚੇ, ਕਿਉਂਕਿ ਅਣਜਾਣ ਬੱਚੇ ਗਲਤੀਆਂ ਬਹੁਤ ਕਰ ਦਿੰਦੇ ਨੇ, ਪਰ ਮਾਂ ਕਦੇ ਉਹਨੂੰ ਝਿੜਕਦੀ ਨਹੀਂ। ਅਣਜਾਣ ਬੱਚਾ ਕਈ ਵਾਰ ਆਪਾਂ ਵੇਖਦੇ ਨੇ ਵੀ ਗੌਰ ਰੱਖਣੀ ਪੈਂਦੀ ਹੈ, ਘਰੇ ਵੀ ਹੋਵੇ ਇਕੱਲਾ, ਕਿਤੇ ਪਲੱਗ ਨੂੰ ਹੱਥ ਨਾ ਲਾ ਲਵੇ, ਕਿਤੇ ਡਿੱਗ ਨਾ ਪਵੇ, ਕੋਈ ਹੱਥ 'ਚ ਕੁਛ ਮਰਾ ਨਾ ਲਵੇ, ਪਰ ਮਾਂ ਇੱਕ ਉਹਨੂੰ ਛੱਡ ਦਿੰਦੀ ਹੈ ਵੀ ਕੋਈ ਨਾ, ਬੱਚਾ ਅਣਜਾਣ ਆ। ਅਤੇ ਗਲਤੀਆਂ ਕਰਕੇ ਜਿੱਦਣ ਗੁਰੂ ਕੋਲ ਆ ਗਏ ਨਾ, ਉਹਨੇ ਵੀ ਐਂ ਭੁੱਲ ਜਾਣਾ ਵੀ ਅਣਜਾਣ ਬੱਚੇ ਨੇ ਗਲਤੀਆਂ ਕਰਤੀਆਂ, ਠੀਕ ਹੈ, ਪਰ ਅਹਿਸਾਸ ਤਾਂ ਸਾਨੂੰ ਹੋ ਜਾਵੇ ਉਹਨੂੰ ਗਲਤੀ 'ਤੇ ਗਲਤੀ ਨਾ ਕਰੀਏ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਜਿੱਦਣ ਬਖਸ਼ਿਸ਼ ਹੋ ਗਈ, ਜਿੱਦਣ ਗੁਰੂ ਦੇ ਦਰ 'ਤੇ ਅਸੀਂ ਆ ਗਏ, ਉਦਣ ਫਿਰ ਕਿਰਪਾ ਹੀ ਹੋ ਜਾਣੀ ਹੈ। ਅਤੇ ਇਸ ਕਰਕੇ ਆਹ ਜਿਹੜੇ ਜਨ ਨੇ ਨਾ, ਗੁਰਬਾਣੀ ਰੂਪ ਸਾਡੇ ਕੋਲ ਬੈਠੇ ਨੇ, ਇਹਨਾਂ ਦੀ ਸ਼ਰਣੀ ਪਈਏ, ਇਹਨਾਂ ਦੇ ਬਚਨ ਮੰਨੀਏ, ਜੀਵਨ ਸੋਹਣਾ ਹੋ ਜਾਣਾ, ਆਨੰਦ ਆ ਜਾਣਾ ਹੈ। ਸਤਿਗੁਰੂ ਰਹਿਮਤ ਕਰਨ। ਪਾਵਨ ਗੁਰਬਾਣੀ ਜਿੱਥੇ ਅਸੀਂ ਪੜ੍ਹਦੇ ਵਿਚਾਰਦੇ ਹਾਂ, ਸਾਡੇ ਜੀਵਨ ਦੇ ਵਿੱਚ ਵੀ ਆਨੰਦ ਪੈਦਾ ਹੋਵੇ। ਸਤਿਗੁਰੂ ਰਹਿਮਤ ਕਰਨ। ਪਾਵਨ ਗੁਰਬਾਣੀ ਦੀਆਂ ਵਿਚਾਰਾਂ ਬੋਲਦਿਆਂ ਕਰਦਿਆਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ, ਸਾਰਿਆਂ ਦਾ ਧੰਨਵਾਦ। ਸਤਿਗੁਰੂ ਰਹਿਮਤ ਕਰਨ। ਅਖੀਰ ਵਿੱਚ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ।